तो साध संगत जी अगला सवाल जिहड़ा है ਉਹ ਆਪਾਂ ਦੇਖਿਆ ਹੋਣਾ ਕਿ ਜਿਸ ਵੇਲੇ ਅਰਦਾਸ ਹੁੰਦੀ ਹੈ ਤਾਂ ਉਸ ਵੇਲੇ ਕੜਾਹ ਪ੍ਰਸ਼ਾਦ ਦੇ ਬਾਰੇ ਜ਼ਿਕਰ ਆਉਂਦਾ ਉਹਦੇ 'ਚ। ਤੇ ਸਵਾਲ ਕਰਤਾ ਪੁੱਛਦੇ ਨੇ ਵੀ ਪ੍ਰਸ਼ਾਦ ਜਾਂ ਦੇਗ ਨੂੰ ਭੋਗ ਲਗਾਉਣ ਦੀ ਪਰੰਪਰਾ ਕਦੋਂ ਅਤੇ ਕਿਹੜੇ ਗੁਰੂ ਸਾਹਿਬਾਨ ਤੋਂ ਸ਼ੁਰੂ ਹੋਈ ਸੀ? ਪ੍ਰਸ਼ਾਦ ਜਾਂ ਦੇਗ ਬਣਾਉਣ ਦੀ ਮਰਿਆਦਾ ਕਿਹੜੇ ਗੁਰੂ ਸਾਹਿਬ ਦੇ ਸਮੇਂ ਸ਼ੁਰੂ ਹੋਈ? तो ये सवाल के दो पार्ट ने। मैं बेनती कर रहा वीर प्रभ कीर्तन सिंह जी भी कृपा करो तो ये बारे जानना पाओ जी। वीर प्रभ कीर्तन सिंह। वाहिगुरू जी का खालसा वाहिगुरू जी की फतेह। वीर जीओ ਵੀਰ ਜੀ, ਸਿੱਖ ਧਰਮ ਦੇ ਜਦੋਂ ਦੀਵਾਨ ਲੱਗਦੇ ਹਨ ਤਾਂ ਸੰਗਤਾਂ ਦੇ ਵਿੱਚ ਵਰਤਾਉਣ ਦੇ ਲਈ ਜੋ ਪ੍ਰਵਾਨਿਤ ਪ੍ਰਸ਼ਾਦ ਹੈ ਉਹ ਕੜਾਹ ਪ੍ਰਸ਼ਾਦ ਹੀ ਹੈ, ਜਿਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਦੇਗ ਵੀ ਕਹਿ ਦਿੰਦੇ ਹਾਂ। ਕੁਝ ਹੋਰ ਨਾਮ ਵੀ ਪ੍ਰਚਲਿਤ ਹਨ, ਜਿਵੇਂ ਕੁਝ ਲੋਕ ਮਹਾਪ੍ਰਸ਼ਾਦ ਜਾਂ ਹੋਰ ਨਾਵਾਂ ਨਾਲ ਵੀ ਇਹਨੂੰ ਸੰਬੋਧਿਤ ਕਰਦੇ ਹਨ, ਪਰ ਆਮ ਤੌਰ ਤੇ ਦੋ ਨਾਂ ਵਰਤੇ ਜਾਂਦੇ ਹਨ ਤੇ ਰਹਿਤ ਮਰਿਆਦਾ ਦੇ ਵਿੱਚ ਕੇਵਲ ਕੜਾਹ ਪ੍ਰਸ਼ਾਦ ਦਾ ਹੀ ਸ਼ਬਦ ਜੋ ਹੈ ਉਹ ਵਰਤਿਆ ਗਿਆ ਹੈ। तो इਉਂ कह लइए कि प्रवानित नाम जो है इसका कड़ा प्रसाद ही है। तो कड़ा प्रसाद ਨੂੰ ਪ੍ਰਸ਼ਾਦ ਦੇ ਤੌਰ ਦੇ ਉੱਤੇ ਧਾਰਮਿਕ ਸਮਾਗਮਾਂ ਵਿੱਚ ਵਰਤਾਏ ਜਾਣ ਦੀ ਰਵਾਇਤ ਬਹੁਤ ਪੁਰਾਤਨ ਹੈ ਤੇ ਬਹੁਤ ਸਾਰੇ ਧਰਮਾਂ ਤੇ ਫਿਰਕਿਆਂ ਦੇ ਵਿੱਚ ਪ੍ਰਚਲਿਤ ਹੈ। ਪੁਰਾਤਨ ਭਾਰਤੀ ਧਰਮਾਂ ਵਿੱਚ ਵੀ ਇਹ ਪ੍ਰਚਲਿਤ ਸੀ ਤੇ ਉਦੋਂ ਇਹਦਾ ਨਾਮ ਜੋ ਹੈ ਉਹ ਲਪਸਿਕਾ ਕਰਕੇ ਆਉਂਦਾ ਹੈ ਧਾਰਮਿਕ ਲਿਟਰੇਚਰ ਦੇ ਵਿੱਚ। ਤੇ ਇਹਦੇ ਵਿੱਚ ਕਣਕ ਦਾ ਆਟਾ, ਘਿਓ, ਖੰਡ ਤੇ ਪਾਣੀ ਪੈਂਦਾ ਹੈ ਤੇ ਤਿਆਰ ਹੋ ਜਾਣ ਤੋਂ ਉਪਰੰਤ ਇਹਦੇ ਵਿੱਚ ਕੁਝ ਮਸਾਲੇ ਜਿਵੇਂ ਕਿ ਦਾਲਚੀਨੀ ਹੈ ਜਾਂ ਕਾਲੀ ਮਿਰਚ ਹੈ, ਇਹ ਮਿਕਸ ਕੀਤੇ ਜਾਂਦੇ ਸੀ ਤੇ ਦੱਖਣ ਭਾਰਤ ਦੇ ਵਿੱਚ ਇਹਨੂੰ ਕੇਸਰੀ ਵੀ ਕਹਿ ਕੇ ਪੁਕਾਰਿਆ ਜਾਂਦਾ ਹੈ। ਇਹ ਜੋ ਸ਼ਬਦ ਲਪਸਿਕਾ ਹੈ, ਇਹਦਾ ਆਮ ਸਰੂਪ ਜਿਹੜਾ ਆਮ ਭਾਸ਼ਾ ਬੋਲਚਾਲ ਦਾ ਸਰੂਪ ਹੈ ਉਹ ਲਾਪਸੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਨੂੰ ਮਿਲਦਾ ਹੈ। ਕਬੀਰ ਜੀ ਦਾ ਇੱਕ ਸ਼ਬਦ ਹੈ ਪੰਨਾ 479 ਤੇ, ਜਿਹੜਾ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਹੈ, ਜਿਹਦੇ ਵਿੱਚ ਆਪ ਜੀ ਨੇ ਫਰਮਾਇਆ ਹੈ ਕਿ ਭਾਤ ਪਹਿਤ ਲਾਪਸੀ ਕਰ ਕਰਾ ਕਾ ਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੈ ਮੁਖਛਾਰ। ਇਸ ਤਰ੍ਹਾਂ ਦਾ ਜ਼ਿਕਰ ਹੋਰ ਪਰੰਪਰਾਵਾਂ ਦੇ ਵਿੱਚ ਵੀ ਹਿੰਦੂ ਭਾਰਤੀ ਪਰੰਪਰਾਵਾਂ ਤੋਂ ਇਲਾਵਾ ਹੋਰ ਪਰੰਪਰਾਵਾਂ ਦੇ ਵਿੱਚ ਵੀ ਮਿਲਦਾ ਹੈ। ਪਰ ਜਿਹੜਾ ਸਥਾਨ ਇਸ ਨੂੰ ਸਿੱਖ ਧਰਮ ਦੇ ਵਿੱਚ ਪ੍ਰਾਪਤ ਹੈ ਉਹ ਬਹੁਤ ਵਿਸ਼ੇਸ਼ ਹੈ ਤੇ ਧਾਰਮਿਕ ਦੀਵਾਨਾਂ ਦੀ ਸਮਾਪਤੀ ਤੇ ਕੇਵਲ ਕੜਾਹ ਪ੍ਰਸ਼ਾਦ ਹੀ ਪ੍ਰਵਾਨਿਤ ਹੈ ਤੇ ਇਸੇ ਨੂੰ ਹੀ ਵਰਤਾਉਣ ਦਾ ਹੁਕਮ ਹੈ, ਭਾਵੇਂ ਇਹ ਜੋ ਪ੍ਰੋਗਰਾਮ ਹਨ ਸਾਡੇ ਕਿਸੇ ਵੀ ਮੌਕੇ ਦੇ ਹੋਣ, ਚਾਹੇ ਮੌਤ ਦਾ ਹੋਵੇ, ਚਾਹੇ ਵਿਆਹ ਦਾ ਹੋਵੇ, ਚਾਹੇ ਨਾਮਕਰਨ ਸੰਸਕਾਰ ਦਾ ਹੋਵੇ, ਸਹਿਜ ਪਾਠ ਦੀ ਆਰੰਭਤਾ ਦਾ ਹੋਵੇ, ਭੋਗ ਦਾ ਹੋਵੇ। ਗੱਲ ਕੀ ਇਹੀ ਇੱਕ ਪ੍ਰਵਾਨਿਤ ਪ੍ਰਸ਼ਾਦ ਹੈ ਸਿੱਖ ਧਰਮ ਦੀ ਮਰਿਆਦਾ ਦੇ ਵਿੱਚ। ਤੋਂ ਪੁਰਾਣੇ ਸਮੇਂ ਤੋਂ ਸਵਾਲ ਉਹਨਾਂ ਨੇ ਪੁੱਛਿਆ ਸੀ ਕਿ ਕਦੋਂ ਤੋਂ ਪ੍ਰਚਲਿਤ ਹੈ, ਇਹਦਾ ਸਾਨੂੰ ਕੋਈ ਬਹੁਤ ਕਲੀਅਰ ਜਵਾਬ ਇਤਿਹਾਸ ਵਿੱਚੋਂ ਨਹੀਂ ਮਿਲਦਾ, ਪਰ ਕੁਝ ਕੁ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਵੀ ਇਹ ਪ੍ਰਚਲਿਤ ਸੀ ਤੇ ਕਈ ਇਤਿਹਾਸਕਾਰਾਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਇਹ ਸੁਲਤਾਨਪੁਰ ਦੇ ਸਮੇਂ ਤੋਂ ਹੀ ਇਹਦੀ ਪਰੰਪਰਾ ਸ਼ੁਰੂ ਹੋਈ। ਇਸ ਤੋਂ ਇਲਾਵਾ ਗੁਰੂ ਅਰਜਨ ਪਾਤਸ਼ਾਹ ਦਾ ਵੀ ਇਤਿਹਾਸ ਦੇ ਵਿੱਚ ਕਈ ਇਤਿਹਾਸਕਾਰ ਕਹਿੰਦੇ ਹਨ ਕਿ ਉਹ ਆਪ ਕੜਾਹ ਪ੍ਰਸ਼ਾਦ ਸਜਾ ਕੇ ਤੇ ਦੀਵਾਨ ਦੇ ਵਿੱਚ ਆਪ ਸਿਰ ਤੇ ਰੱਖ ਕੇ ਲਿਜਾਂਦੇ ਹੁੰਦੇ ਸਨ, ਪੂਰੀ ਮਰਿਆਦਾ ਦੇ ਨਾਲ, ਇੱਜ਼ਤ ਦੇ ਨਾਲ। ਤੋ ਇਸ ਤਰ੍ਹਾਂ ਖੈਰ ਇਹ ਜੋ ਸਾਨੂੰ ਕਿਹਾ ਜਾਂਦਾ ਹੈ, ਇਹ ਇੱਕ ਗੱਲ ਦਾ ਇਸ਼ਾਰਾ ਤਾਂ ਸਪਸ਼ਟ ਤੌਰ ਤੇ ਸਾਡੇ ਲਈ ਕਰ ਦਿੰਦਾ ਹੈ ਕਿ ਇਹ ਜੋ ਪ੍ਰਸ਼ਾਦ ਹੈ ਇਹ ਗੁਰੂ ਕਾਲ ਦੇ ਸਮੇਂ ਤੋਂ ਹੀ ਪਰੰਪਰਾ ਇਹ ਚੱਲ ਰਹੀ ਹੈ, ਇਹ ਕੋਈ ਨਵੀਂ ਪਰੰਪਰਾ ਨਹੀਂ। ਤੋ ਇਹ ਗੁਰੂ ਕਾਲ ਦੇ ਸਮੇਂ ਦੇ ਵਿੱਚ ਕੜਾਹ ਪ੍ਰਸ਼ਾਦ ਦੇ ਪ੍ਰਵਾਨਿਤ ਹੋਣ ਦਾ ਕੀ ਸਿਸਟਮ ਸੀ, ਇਹਦੇ ਬਾਰੇ ਸਾਨੂੰ ਕੋਈ ਨਿਸ਼ਚਿਤ ਜ਼ਿਕਰ ਕਿਤੋਂ ਪ੍ਰਾਪਤ ਨਹੀਂ ਹੁੰਦਾ, ਪਰੰਤੂ ਮੌਜੂਦਾ ਸਮੇਂ ਦੇ ਵਿੱਚ ਸਿੱਖ ਮਰਿਆਦਾ ਦੇ ਵਿੱਚ ਇਹਦੇ ਬਾਰੇ, ਸਿੱਖ ਰਹਿਤ ਮਰਿਆਦਾ ਦੇ ਵਿੱਚ ਕੜਾਹ ਪ੍ਰਸ਼ਾਦ ਦੇ ਪ੍ਰਵਾਨਿਤ ਹੋਣ ਦੀ ਉਹ ਪੂਰੀ ਸਪਸ਼ਟ ਮਰਿਆਦਾ ਦਿੱਤੀ ਗਈ ਹੈ ਕਿ ਜਦੋਂ ਦੀਵਾਨ ਦੀ ਸਮਾਪਤੀ ਹੋਵੇ ਤਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਹੋਵੇ, ਉਪਰੰਤ ਅਰਦਾਸ ਹੋਵੇ ਤੇ ਅਰਦਾਸ ਹੋਣ ਤੋਂ ਬਾਅਦ ਸਤਿਗੁਰੂ ਜੀ ਦੇ ਦਰ ਦੇ ਉੱਤੇ ਕੜਾਹ ਪ੍ਰਸ਼ਾਦ ਦੇ ਪ੍ਰਵਾਨ ਹੋਣ ਦੀ ਅਰਦਾਸ ਕੀਤੀ ਜਾਵੇ ਤੇ ਉਪਰੰਤ ਪ੍ਰਵਾਨ ਹੋਣ ਦਾ ਢੰਗ ਜੋ ਹੈ ਉਹ ਕਿਰਪਾਨ ਭੇਟ ਦਾ ਹੈ ਤੇ ਕਿਰਪਾਨ ਭੇਟ ਰਾਹੀਂ ਪ੍ਰਵਾਨਗੀ ਹੋਣ ਤੋਂ ਬਾਅਦ ਇਹ ਸੰਗਤ ਦੇ ਵਿੱਚ ਵਰਤਾਇਆ ਜਾਣਾ।
ਤੋ ਕੜਾਹ ਪ੍ਰਸ਼ਾਦ ਦੇ ਤਿਆਰ ਕਰਨ ਦੀ ਵੀ ਵਿਸਤ੍ਰਿਤ ਜੋ ਹੈ ਉਹ ਸਾਨੂੰ ਰਹਿਤ ਮਰਿਆਦਾ ਦੇ ਵਿੱਚ ਇੰਸਟਰਕਸ਼ਨਸ ਮਿਲਦੀਆਂ ਹਨ ਕਿ ਕਿਸ ਢੰਗ ਦੇ ਨਾਲ ਇਹ ਤਿਆਰ ਕਰਨਾ ਹੈ, ਕਿਸ ਰੇਸ਼ੋ ਦੇ ਵਿੱਚ ਬਰਾਬਰ ਰੇਸ਼ੋ ਦੇ ਵਿੱਚ ਲੈ ਕੇ, ਭਾਵ ਆਟਾ, ਮਿੱਠਾ ਤੇ ਘੀ ਇੱਕੋ ਜਿਹੀ ਕੁਆਂਟਿਟੀ ਦੇ ਵਿੱਚ ਲੈ ਕੇ ਇਹਨੂੰ ਗੁਰਬਾਣੀ ਦਾ ਪਾਠ ਕਰਦੇ ਹੋਏ ਅਸੀਂ ਤਿਆਰ ਕਰਨਾ ਹੈ। ਉਸ ਤੋਂ ਉਪਰੰਤ ਇਹਨੂੰ ਇੱਕ ਸਵੱਛ ਕੌਲ ਦੇ ਵਿੱਚ ਜਾਂ ਭਾਂਡੇ ਵਿੱਚ ਪਾ ਕੇ ਢੱਕ ਕੇ, ਸਵੱਛ ਕੱਪੜੇ ਨਾਲ ਢੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਇਹਨੂੰ ਸਥਾਪਿਤ ਕਰਨਾ ਹੈ, ਚੌਂਕੀ ਉੱਤੇ ਰੱਖਣਾ ਹੈ। ਤੇ ਉਸ ਤੋਂ ਬਾਅਦ ਜਦੋਂ ਇਹ ਪ੍ਰਵਾਨ ਹੋ ਜਾਂਦਾ ਹੈ ਤਾਂ ਬਿਨਾਂ ਕਿਸੇ ਵਿਤਕਰੇ ਦੇ ਵਰਤਾਉਣਾ ਹੈ। ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦਾ ਗੱਫਾ ਕੱਢਣਾ ਹੈ, ਉਪਰੰਤ ਜੋ ਤਾਬਿਆ ਬੈਠਾ ਸਿੰਘ ਹੈ ਉਹਦੇ ਵਾਸਤੇ ਇੱਕ ਕੌਲੀ ਦੇ ਵਿੱਚ ਵੱਖਰਾ ਕੱਢ ਕੇ ਰੱਖਣਾ ਹੈ ਤੇ ਵਰਤਾਉਣ ਲੱਗਿਆਂ ਸਭ ਨੂੰ ਬਰਾਬਰ ਵਰਤਾਉਣਾ ਹੈ। ਇਉਂ ਇਹ ਸਾਰੀ ਮਰਿਆਦਾ ਜਿਹੜੀ ਹੈ ਉਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਵਿਸਥਾਰ ਸਹਿਤ ਦਿੱਤੀ ਗਈ ਹੈ। ਜਿੱਥੋਂ ਤੱਕ ਭੋਗ ਦੀ ਗੱਲ ਹੈ, ਭੋਗ ਦੇਵੀ ਦੇਵਤਿਆਂ ਨੂੰ ਲਵਾਇਆ ਜਾਂਦਾ ਹੈ, ਰੁੱਖਾਂ ਨੂੰ ਲਵਾਇਆ ਜਾਂਦਾ ਹੈ ਤੇ ਉਹਨਾਂ ਦਾ ਜੂਠਾ ਜੋ ਲੈ ਕੇ ਪ੍ਰਸ਼ਾਦ ਦੇ ਤੌਰ ਦੇ ਉੱਤੇ ਕਈ ਪਰੰਪਰਾਵਾਂ ਦੇ ਵਿੱਚ ਅੱਜ ਵੀ ਪ੍ਰਚਲਿਤ ਹੈ ਤੇ ਜਾਂ ਉਹਨਾਂ ਦੇ ਪੈਰਾਂ ਦੇ ਨਾਲ ਛੁਆ ਕੇ ਇਸ ਤਰੀਕੇ ਦੇ ਨਾਲ ਜੋ ਹੈ ਉਹ ਕਿਹਾ ਜਾਂਦਾ ਹੈ। ਪਰ ਸਿੱਖ ਧਰਮ ਦੇ ਵਿੱਚ ਭੋਗ ਲਵਾਉਣ ਦੀ ਮਰਿਆਦਾ ਨਹੀਂ ਹੈ। ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਹੈ, ਸਿੱਖ ਮਰਿਆਦਾ ਵਿੱਚ ਇਹਦੇ ਬਾਰੇ ਬਿਲਕੁਲ ਸਪਸ਼ਟ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਇਹਦੇ ਪ੍ਰਵਾਨ ਹੋਣ ਦੀ ਮਰਿਆਦਾ ਜੋ ਹੈ ਉਹ ਕਿਰਪਾਨ ਭੇਟ ਦੀ ਮਰਿਆਦਾ। ਤੋ ਇਸ ਕਰਕੇ ਭੋਗ ਸਾਡੇ ਵਾਸਤੇ ਹੋ ਸਕਦਾ ਹੈ ਕਿ ਕੁਝ ਭੁੱਲੜ ਵਿਅਕਤੀ ਇਹਨੂੰ ਭੋਗ ਕਹਿ ਦਿੰਦੇ ਹੋਣ ਜਾਂ ਇਹਨੂੰ ਭੋਗ ਸਮਝ ਲੈਂਦੇ ਹੋਣ, ਪਰ ਸਪਸ਼ਟ ਤੌਰ ਦੇ ਉੱਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਕਿਰਪਾਨ ਭੇਟ ਹੋਣ ਦਾ ਹੀ ਸਾਨੂੰ ਹੁਕਮ ਹੈ। ਕਿਉਂਕਿ ਇਹਦੇ ਵਿੱਚ ਤਿੰਨੋਂ ਜਿਹੜੀਆਂ ਚੀਜ਼ਾਂ ਹਨ ਇਹ ਬਰਾਬਰ ਮਾਤਰਾ ਦੇ ਵਿੱਚ ਵਰਤੀਆਂ ਜਾਂਦੀਆਂ ਹਨ, ਆਟਾ ਤੇ ਘਿਓ ਤੇ ਮਿੱਠਾ। ਤੋ ਜਦੋਂ ਇਹ ਬਰਾਬਰ ਮਾਤਰਾ ਵਿੱਚ ਲਿਆ ਜਾਂਦਾ ਹੈ ਤਾਂ ਇਹਨੂੰ ਰਸਦ ਦੇ ਤੌਰ ਦੇ ਉੱਤੇ ਇਹਨੂੰ ਤਿਰਭਾਵਲ ਜਾਂ ਤ੍ਰਿਹਾਵਲ ਵੀ ਕਿਹਾ ਜਾਂਦਾ। ਤੋ ਇਹ ਤਿਰਭਾਵਲ ਤੋਂ ਤਿਆਰ ਤਾਂ ਹੁੰਦਾ ਹੈ ਕੜਾਹ ਪ੍ਰਸ਼ਾਦ, ਪਰ ਇਸ ਦਾ ਨਾਮ ਜਿਹੜਾ ਹੈ ਤਿਹਾਵਲ ਨਹੀਂ ਹੈ। ਇਹ ਤਿਰਭਾਵਲੀ ਨੂੰ ਮਿਲਾ ਕੇ ਜਿਹੜਾ ਬਣਨ ਦਾ ਇਹਦੀ ਰਸਦ ਦਾ ਨਾਮ ਤਿਹਾਵਲ ਹੈ। ਪ੍ਰਸ਼ਾਦ ਦਾ ਨਾਮ ਤੇ ਕੜਾਹ ਪ੍ਰਸ਼ਾਦ ਹੀ ਹੈ। ਅਸੀਂ ਆਮ ਰਵਾਇਤ ਦੇ ਵਿੱਚ ਇਹਨੂੰ ਦੇਗ ਵੀ ਕਹਿ ਦਿੰਦੇ ਹਾਂ ਜਾਂ ਕੁਝ ਹੋਰ ਵੀ ਕੋਈ ਕਹਿ ਲਵੇ, ਪਰ ਪ੍ਰਵਾਨਿਤ ਨਾਮ ਇਹਦਾ ਕੜਾਹ ਪ੍ਰਸ਼ਾਦ ਹੀ ਹੈ। ਤੇ ਇਹਦੇ ਪ੍ਰਵਾਨ ਹੋਣ ਦਾ ਤਰੀਕਾ ਜਿਹੜਾ ਹੈ ਉਹ ਬਿਲਕੁਲ ਕਲੀਅਰ ਹੈ ਕਿ ਇਹ ਕਿਰਪਾਨ ਭੇਟ ਦੇ ਰਾਹੀਂ ਹੀ ਪ੍ਰਵਾਨ ਹੋਣਾ ਹੈ। ਇਸ ਤੇ ਪ੍ਰਵਾਨ ਦਾ ਕੋਈ ਹੋਰ ਢੰਗ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਬੇਨਤੀ ਕਰ ਰਿਹਾ ਤੁਹਾਨੂੰ ਕਿ ਕਈ ਥਾਂ ਤੇ ਸੁਣੀਦਾ ਹੈ, ਉਹ ਅਰਦਾਸੀਆ ਸਿੰਘ ਕਹਿੰਦੇ ਜੀ ਪ੍ਰਵਾਨ ਤੋਂ ਬਾਅਦ ਵੀ ਸੀਤ ਪ੍ਰਸ਼ਾਦ ਸੰਗਤ ਦੀ ਰਸਨਾ ਲਾਇਕ ਹੋਵੇ। ਇਹਦੀ ਜਿਹੜੀ ਲੈਂਗੁਏਜ ਹੈ ਇਹ ਮੈਨੂੰ ਕੋਈ ਬਹੁਤੀ ਠੀਕ ਨਹੀਂ, ਮੈਨੂੰ ਤੇ ਜਜ਼ਬ ਨਹੀਂ ਹੁੰਦੀ। ਤੁਸੀਂ ਇਹਦੇ ਬਾਰੇ ਆਪਣੇ ਵਿਚਾਰ। ਇਹ ਵੀਰ ਜੀ ਆਪਣੇ ਮਨ ਦੀ ਭਾਵਨਾ ਦੇ ਮੁਤਾਬਕ ਘੜੀ ਹੋਈ ਸ਼ਬਦਾਵਲੀ ਹੈ। ਪ੍ਰਵਾਨਿਤ ਸ਼ਬਦਾਵਲੀ ਜੋ ਸਾਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਮਿਲਦੀ ਹੈ ਉਹ ਸਪਸ਼ਟ ਲਿਖਿਆ ਹੈ ਕਿ ਅਰਦਾਸਾ ਸੋਧਿਆ ਜਾਵੇ ਤੇ ਪ੍ਰਵਾਨਗੀ ਲਈ ਕਿਰਪਾਨ ਭੇਟ। ਤੋ ਇਹਦੇ ਵਿੱਚ ਉਹ ਜਿਹੜੀ ਗੱਲ ਹੈ ਕਿ ਉਹ ਭੋਗ ਤੋਂ ਹੀ ਨਿਕਲੀ ਹੋਈ ਸ਼ਬਦਾਵਲੀ ਹੈ। ਜਿਵੇਂ ਕਿ ਮੈਂ ਅੱਗੇ ਜ਼ਿਕਰ ਕੀਤਾ ਹੈ, ਦੂਜੇ ਧਰਮਾਂ ਤੋਂ ਜਿਹੜੀ ਸਾਈਕੋਲੋਜੀ ਲੈ ਕੇ ਅਸੀਂ ਆ ਜਾਂਦੇ ਹਾਂ, ਉਹ ਸਾਈਕੋਲੋਜੀ ਦੇ ਅਧੀਨ ਹੀ ਇਹ ਸੀਤ ਪ੍ਰਸ਼ਾਦ ਦੀ ਜਿਹੜੀ ਸ਼ਬਦਾਵਲੀ ਹੈ ਉਹ ਵਰਤੀ ਜਾਂਦੀ ਹੈ। ਗੁਰਮਤਿ ਸਿਧਾਂਤਾਂ ਦੇ ਉੱਤੇ ਪੂਰੀ ਨਹੀਂ ਉਤਰਦੀ। ਸਾਨੂੰ ਜੋ ਰਹਿਤ ਮਰਿਆਦਾ ਦੇ ਅਨੁਸਾਰ ਸ਼ਬਦ ਹਨ ਕਿ ਇਹ ਜਿਹੜਾ ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤੇ, ਇਹੀ ਵਰਤਣੇ ਚਾਹੀਦੇ ਹਨ। ਸਾਨੂੰ ਇਸ ਤੋਂ ਇਲਾਵਾ ਬਾਕੀ ਜਿਹੜੇ ਹਨ ਉਹ ਸਿਧਾਂਤਕ ਤੌਰ ਤੇ ਸਾਡੇ ਲਈ ਠੀਕ ਨਹੀਂ ਹਨ ਤੇ ਉਹ ਸਾਨੂੰ ਨਹੀਂ ਵਰਤਣੇ ਚਾਹੀਦੇ। ਬਿਲਕੁਲ ਠੀਕ ਵੀਰ ਜੀ, ਆਪਨੇ ਦੱਸਿਆ ਕਿ ਇਕਸਾਰਤਾ ਹੋਣੀ ਬੜੀ ਜ਼ਰੂਰੀ ਹੈ। ਦੇਖੋ ਸਾਡੇ ਹਰ ਗੱਲ ਵਿੱਚ ਜਿਹੜੀ ਹੈ ਨਾ, ਸਾਡੀ ਅਰਦਾਸ 'ਚ ਇਕਸਾਰਤਾ ਹੋਵੇ, ਸਾਡੀ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਬਣਾਉਣੀ ਔਰ ਵਰਤਾਉਣੀ ਉਹਦੇ 'ਚ ਇਕਸਾਰਤਾ ਹੋਵੇ, ਤੇ ਇਸੇ ਤਰ੍ਹਾਂ ਬਾਕੀ ਵੀ ਜਿਹੜੀਆਂ ਸਾਡੀਆਂ ਕੌਮੀਅਤ ਨਾਲ ਸੰਬੰਧਿਤ ਚੀਜ਼ਾਂ ਨੇ ਉਹਨਾਂ 'ਚ ਇਕਸਾਰਤਾ ਹੋਣੀ ਬੜੀ ਜ਼ਰੂਰੀ ਹੈ। ਤਾਂ ਹੀ ਇਹ ਕੌਮ ਜਿਹੜੀ ਹੈ ਇਕਮੁੱਠ ਰਹਿ ਸਕਦੀ ਹੈ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਵੀਰ ਜੀ ਨੇ ਡਿਟੇਲ ਵਿੱਚ ਦੱਸਿਆ ਕਿ ਪੰਥ ਪ੍ਰਵਾਨਿਤ ਮਰਿਆਦਾ ਜਿਹੜੀ ਹੈ ਉਹਦੇ 'ਚ ਵੀ ਇਹੀ ਲਿਖਿਆ ਕਿ ਪ੍ਰਵਾਨ ਹੋਵੇ। ਤੋ ਇਸ ਤੋਂ ਇਲਾਵਾ ਜਿਹੜੇ ਬਾਕੀ ਨੇ, ਕਿਉਂਕਿ ਬਹੁਤ ਸਾਰੀਆਂ ਕਈ ਇਹੋ ਜਿਹੀਆਂ ਹੋਰ ਜਥੇਬੰਦੀਆਂ ਜਾਂ ਗਰੁੱਪਸ ਨੇ ਜਿਹੜੇ ਹੋਰ ਤਰ੍ਹਾਂ ਮਤਲਬ ਵੀ ਇਹਦੇ ਬਾਰੇ ਦੇਗ ਬਾਰੇ ਕਹਿੰਦੇ। ਔਰ ਸਿੱਖ ਮਿਸ਼ਨਰੀ ਕਾਲਜ ਨੇ ਇੱਕ ਟਰੈਕਟ ਵੀ ਛਾਪਿਆ ਸੀ, ਕਿਉਂਕਿ ਜਿਸ ਵੇਲੇ ਕਿਹਾ ਜਾਂਦਾ ਭੋਗ ਲਾਓ ਤੇ ਕਈ ਵਾਰੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਕੋਟ ਕੀਤਾ ਜਾਂਦਾ ਹੈ
ਕਿ ਹੁਣ ਲਾਵੋ ਭੋਗ ਹਰਿ ਰਾਏ। ਤਾਂ ਉਹਦੇ ਬਾਰੇ ਸਿੱਖ ਮਿਸ਼ਨਰੀ ਕਾਲਜ ਇੱਕ ਟਰੈਕਟ ਵੀ ਛਪਿਆ ਹੋਇਆ ਹੈ, ਉਹਦਾ ਨਾਮ ਵੀ ਇਹੀ ਹੁਣ ਲਾਵੋ ਭੋਗ ਹਰਿ ਰਾਏ। ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ ਵੀ ਕਿਰਪਾ ਕਰਕੇ ਉਹ ਵੀ ਪੜ੍ਹਨ, ਹੋਰ ਕਲੈਰਿਟੀ ਜਿਹੜੀ ਹੋਵੇ। ਤਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ